व्यूअर्स वेलकम बैक टू प्रोग्राम जी डॉक्टर साहब अगले इशू तो पहला अपने दर्शकों के स्रोतों दस दिए व्यूअर्स जे तुम TV 84 नाल या प्रोग्राम सच्चो सच नाल फेसबुक राਹੀਂ जुड़े तो इसनूं वध तो वध लाइक करो तो शेयर करो तो नाल ही यूट्यूब पर सबसक्राइब भी करो। असीं ये भी दसना चाहते हैं कि साडे जो प्रोग्राम सच्चो सच का जो समा सीमा है वो 8:45 तो लैके 9 बजे तक है। सो कीप वॉचिंग TV 84। थैंक यू सो मच जी डॉक्टर साहब। प्रोग्राम होर अगे वधाने अज दे अगले इशू के नाल जी डॉक्टर साहब की विचार ने। देखो बहुत बार कुछ चीज़ां जिहड़ी एक ह्यूमन इंटरस्ट स्टोरी भी बन जाती है अल्टीमेटली, भावें कि जदों कोई भी इंडिविजुअल जां कोई संस्था खलोंदी है किसी वैल्यू सिस्टम लई, कदरां कीमतां लई, जुल्म दे खिलाफ जी इंसाफ लैण लई, बिल्कुल, और उहदे च जिन्नियां रुकावटां मर्जी आण उन्हां दा विश्वास अडोल रहिंदा है, उन्हां दे कदमां च रुकावट नहीं आउंदी, वो झुकदे नहीं, विकदे नहीं, डरदे नहीं जी। ते जे ये तीनों ही चीज़ां ना झुकण, ना विकण, ना डरन होए ते अल्टीमेटली जिहड़े वो जितदे भी ने, क्योंकि असीं बेशक ये स्टेटमेंट गुरु साहब दी रूहानी दुनिया च अल्टीमेट ट्रूथ है कि कूड़ निखुट्टै नानका ओढ़ सच रही, ਇਹਦੇ 'ਚ कोई शक नहीं है कि भी अल्टीमेटली ਜਿਹੜਾ ਉਹ ਰੱਬ ਦੀ ਦਰਗਾਹ 'ਚ ਵੀ ਕੂੜ ਔਰ ਸੱਚ ਜਿਹੜਾ ਉਹਨਾਂ ਦੇ ਵਿੱਚ ਕੂੜ ਨਿਖੁੱਟਦਾ ਹੈ, ਕੂੜ ਹਾਰਦਾ ਹੈ, ਔਰ ਰੱਬ ਦੀ ਦਰਗਾਹ 'ਚ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲੇ, ਉਹ ਹੁੰਦੀ ਹੈ ਹਾਲਤ। ਲੇਕਿਨ ਬਹੁਤ ਵਾਰ ਈਵਨ ਇੱਥੋਂ ਦੇ ਸਫੀਅਰ 'ਚ ਵੀ ਜੇ ਅਸੀਂ ਖਲੋਤੇ ਰਹੀਏ ਤੇ ਇੱਕ ਦਿਨ ਤੁਹਾਡੀ ਵਿਲ ਦੇ ਸਾਹਮਣੇ ਜਿਹੜਾ ਦੁਸ਼ਮਣ ਹੈ ਉਹ ਕੰਬਦਾ ਹੈ, ਦੁਸ਼ਮਣ ਦੇ ਕਿਲੇ ਵੀ ਢਹਿ ਢੇਰੀ ਹੁੰਦੇ ਨੇ, ਔਰ ਇਹੀ ਡਿਟਰਮੀਨੇਸ਼ਨ ਜਦੋਂ ਕੌਮਾਂ ਦੇ ਵਿੱਚ ਆ ਜਾਏ ਤਾਂ ਉਹਨਾਂ ਕੌਮਾਂ ਨੂੰ ਫਿਰ ਕੋਈ ਹਰਾ ਨਹੀਂ ਸਕਦਾ। ਔਰ ਸਿੱਖ ਕੌਮ ਤੋਂ ਵੱਧ ਕੇ ਸਾਡੇ ਲਈ ਕੋਈ ਹੋਰ ਉਦਾਹਰਣ ਦੇਣੀ ਉਹ ਬਣਦੀ ਵੀ ਨਹੀਂ ਹੈ। ਕਈ ਵਾਰ ਅਸੀਂ ਵਿਚਾਰ ਦੀ ਖਾਤਰ ਅੱਡ ਅੱਡ ਰੈਵੋਲੂਸ਼ਨਸ ਦੀ ਗੱਲ ਕਰਦੇ ਕਿ ਅਸੀਂ ਜਿਹੜੀਆਂ ਐਜ਼ ਏ ਪੀਪਲ, ਐਜ਼ ਏ ਨੇਸ਼ਨ 18ਵੀਂ ਸਦੀ ਦੇ ਵਿੱਚ ਜਿਹੜੇ ਅਸੀਂ ਚੈਲੰਜਸ ਲਏ, ਉਹ ਮੁਗਲ ਸਾਮਰਾਜ ਦੇ ਨਾਲ, ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਨਾਲ, ਔਰ ਫਿਰ ਅੰਗਰੇਜ਼ਾਂ ਦੀ ਉਸ ਚਲਾਕ ਦੇ ਨਾਲ, ਚਲਾਕ ਬਦਨੀਤੀ ਵਾਲੀ 98 ਸਾਲ ਦੀ ਰਾਜ ਸ਼ਕਤੀ ਦੇ ਨਾਲ, ਔਰ ਪਿਛਲੇ 70 ਸਾਲ ਤੋਂ ਇਹਨਾਂ ਦੇ ਇਸ ਹਿੰਦੂ ਤਵੀ ਪਹਿਲਾਂ ਜਿਹੜਾ ਕਿ ਸੈਕੂਲਰਿਜ਼ਮ ਦੇ ਨਾਂ ਥੱਲੇ ਕਾਂਗਰਸ ਸੀ ਜਾਂ ਹੁਣ ਸਿੱਧੇ ਤੌਰ ਤੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਐਜ਼ ਏ ਕਲੈਕਟਿਵ ਤਾਂ ਅਸੀਂ ਲੈਂਦੇ, ਪਰ ਕਈ ਵਾਰ ਇਸ ਸਾਰੀ ਤੁਹਾਡੀ ਕਲੈਕਟਿਵ ਸਟਰੈਂਥ ਚੋਂ ਵੀ ਜਿਹੜਾ ਉਸ ਧਰਤੀ ਦੇ ਖਲੋਤਾ ਕੋਈ ਇੰਡੀਵਿਜੂਅਲ ਹੈ ਜੀ। ਔਰ ਮੈਂ ਇਹ ਬੇਸ਼ੱਕ ਕੁਝ ਹਫ਼ਤੇ ਪਹਿਲਾਂ ਕਿਉਂਕਿ ਜਿਹੜੀਆਂ ਪਬਲਿਕ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨੇ, ਘੁੰਮਦੇ ਘੁਮਾਉਂਦੇ ਤੁਹਾਡੇ ਕੋਲ ਵੀ ਆ ਜਾਂਦਾ ਤੇ ਕਈ ਵਾਰੀ ਕੋਈ ਉਹਦਾ ਟਾਈਟਲ ਪੜ੍ਹ ਕੇ ਤੁਸੀਂ ਵਕਤ ਵੀ ਨਹੀਂ ਹੁੰਦਾ, ਲੇਕਿਨ ਕਈ ਵਾਰੀ ਕੋਈ ਚੀਜ਼ ਤੁਹਾਨੂੰ ਫੈਸੀਨੇਟ ਕਰਦੀ ਹੈ। ਤੇ ਇੱਕ ਟਾਈਟਲ ਸੀ ਕਿ ਮੈਂ 5000 ਸਿੱਖ ਮੁੰਡੇ ਮਾਰੇ ਨੇ, ਤੂੰ ਕੀ ਚੀਜ਼ ਹੈ। ਔਰ ਇਹ ਸ਼ਿਵ ਕੁਮਾਰ ਸ਼ਰਮਾ ਜਿਹੜਾ ਹੈ ਇੱਕ ਗੁਰਸਿੱਖ ਪਟਵਾਰੀ ਨੂੰ, ਜਿਹੜਾ ਅੰਮ੍ਰਿਤਧਾਰੀ ਪਟਵਾਰੀ ਜਿਹਨੇ ਉਸ ਨੂੰ, ਜਿਹਨੇ ਕਾਨੂੰਨ ਦੀ ਜ਼ਦ 'ਚ ਰਹਿੰਦੇ ਆ ਆਪਣੀ ਡਿਊਟੀ ਨਿਭਾਈ, ਉਹਨੇ ਜਮਾਬੰਦੀ ਦੇ ਲਈ ਆਪਣੀ ਕੋਈ ਜ਼ਮੀਨ ਟਰਾਂਸਫਰ ਕਰਨੀ ਸੀ, ਬੰਦਾ ਭੇਜਿਆ, ਉਹਨੇ ਕਿਹਾ ਕਿ ਭਾਈ ਆਹ ਫਾਰਮ ਭਰ ਦਿਓ, ਇਹਦੀ 20 ਰੁਪਏ ਫੀਸ ਹੈ, ਇਹ 20 ਰੁਪਏ ਫੀਸ ਪੇ ਕਰ ਦੇ। ਉਹਨੇ ਜਾ ਕੇ ਉਹਨੂੰ ਦੱਸਿਆ, ਜਿਹੜਾ ਵੀ ਬੰਦਾ ਸੀ, ਅੱਛਾ, ਉਹਨੇ ਕਿਹਾ ਅੱਛਾ ਮੇਰੇ ਤੋਂ ਪੈਸੇ ਮੰਗੇ ਨੇ। ਔਰ ਇਹ ਜਦੋਂ ਮੈਂ ਇਹ ਗੱਲ ਕਹਿ ਰਿਹਾ, ਇਹ ਗੱਲ ਸ਼ਿਵ ਕੁਮਾਰ ਨਹੀਂ, ਇਹ ਕੋਈ ਹੋਰ ਕੁਮਾਰ ਵੀ ਹੋ ਸਕਦਾ ਸੀ, ਕੋਈ ਹੋਰ ਸਿੰਘ ਵੀ ਹੋ ਸਕਦਾ ਸੀ, ਕੋਈ ਇਜ਼ਹਾਰ ਆਲਮ ਵੀ ਹੋ ਸਕਦਾ ਸੀ। ਗੱਲ ਇਹ ਨਹੀਂ ਹੈ। ਇਹਦੇ 'ਚ ਜਦੋਂ ਤੁਸੀਂ ਇਸ ਕਿਸਮ ਦੇ ਟਾਇਰੈਂਟਸ ਦੇ ਕੇਸ ਨੂੰ ਡਿਸਕਸ ਕਰਦੇ ਹੋ, ਇੱਕ ਪਾਸੇ ਇਹ ਸਰਦਾਰ ਮੋਹਨ ਸਿੰਘ ਪਟਵਾਰੀ ਦੀ ਬਹਾਦਰੀ ਦੀ, ਦ੍ਰਿੜਤਾ ਦੀ, ਸਫਰਿੰਗ ਦੀ ਕਹਾਣੀ ਹੈ ਜੀ, ਦੂਸਰੇ ਪਾਸੇ ਬਿਗਰ ਕੈਨਵੈਸ ਦੇ ਉੱਤੇ ਇਹ ਉਹ ਇੰਡੀਅਨ ਟਾਇਰੈਂਟ ਸਟੇਟ ਜਿਹਨੇ ਪੰਜਾਬ ਦੇ ਵਿੱਚ ਸਿੱਖ ਜਵਾਨੀ ਨੂੰ ਮਾਰਨ ਵਾਲਿਆਂ ਨੂੰ ਕਿਸ ਕਦਰ ਪਾਵਰ ਇਨ ਇਟਸੈਲਫ ਬਣਾ ਦਿੱਤਾ, ਕਿਸ ਕਦਰ ਉਹਨਾਂ ਦੀ ਗੁੰਡਾਗਰਦੀ, ਉਹਨਾਂ ਦੀ ਲੁੱਟਮਾਰ, ਉਹਨਾਂ ਦੀ ਹਰ ਚੀਜ਼ ਜਿਹੜੀ ਹੈ ਉਹ ਇਗਨੋਰ ਕੀਤੀ, ਕਿਉਂਕਿ ਇਹ ਸਿੱਧੇ ਹੀ ਜਿਹੜੇ ਨੇ ਏਜੰਸੀਆਂ ਲਈ ਕੰਮ ਕਰ ਰਹੇ ਸੀ। ਔਰ ਇਹ ਜਿਹੜੀ ਕਹਾਣੀ ਇਹਨਾਂ ਦੇ ਨਾਲ ਜੋ ਜ਼ੁਲਮ ਦੀ, ਸ਼ਿਵ ਕੁਮਾਰ ਸ਼ਰਮਾ SSP ਜਿਹੜਾ ਰੈਂਕ ਤੋਂ ਰਿਟਾਇਰ ਹੋਇਆ ਹੈ, ਜਿਹੜਾ ਸਧਾਰਨ ਲੋਅਰ ਲੈਵਲ ਤੋਂ ਗਿਆ, ਔਰ ਉਹਦੀ ਕੁਆਲੀਫਿਕੇਸ਼ਨ ਹੀ SSP ਪਹੁੰਚਣ ਤੱਕ ਇਹ ਸੀ ਕਿ ਉਹਨੇ ਵੱਧ ਤੋਂ ਵੱਧ ਮੁੰਡੇ ਮਾਰਨੇ ਨੇ, ਸਿੱਖ ਜਵਾਨੀ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਨੇ। ਔਰ ਜਿਵੇਂ
ਸੁਮੇਧ ਸੈਣੀ ਜਾਂ ਅੱਜ ਸੁਰੇਸ਼ ਅਰੋੜਾ ਜਾਂ ਉਸ ਤੋਂ ਪਹਿਲਾਂ ਇਜ਼ਹਾਰ ਆਲਮ, ਉਹਨਾਂ ਦੇ ਜਿਹੜੇ ਫੇਵਰੇਟ ਬॉयਜ਼ ਪੰਜਾਬ 'ਚ ਰਹੇ, ਜਿਨ੍ਹਾਂ ਦੇ ਵਿੱਚ ਸੁਰਜੀਤ ਗਰੇਵਾਲ ਪਟਿਆਲੇ ਦਾ, ਜਿਨ੍ਹਾਂ ਦੇ ਵਿੱਚ ਸਵਰਨਾ ਘੋਟਣਾ ਜਲੰਧਰ ਦਾ, ਔਰ ਇਹ ਸ਼ਿਵ ਕੁਮਾਰ, ਔਰ ਇਸ ਨਸਲ ਦੇ ਹੋਰ ਜਿਹੜੇ ਨੇ ਅਜੀਤ ਸੰਧੂ, ਇਹ ਸਾਰੀ ਉਹ ਕਲਾਸ ਸੀ ਔਰ ਇਹ ਜਿਹੜੇ ਇਹਨਾਂ ਦੇ ਵੱਡੇ ਆਕਾ ਨੇ ਉਹ ਏਜੰਸੀਆਂ ਦੇ ਲਈ ਸਿੱਧੇ ਉਹਨਾਂ ਨੂੰ ਜਵਾਬਦੇਹ ਸੀ। ਉਹ ਭਾਵੇਂ ਰੋਬੇਰੋ ਤੋਂ ਲੈ ਕੇ KP ਗਿੱਲ ਤੱਕ ਜਿਹੜੇ ਵੀ ਹੋਣ, ਇਹ ਆਪਣੇ ਦਿੱਲੀ ਦੇ ਮਾਸਟਰਸ ਦਾ ਜਿਹੜਾ ਉਹ ਹੁਕਮ ਬਜਾ ਰਹੇ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੌਰ ਦੇ ਵਿੱਚ, ਔਰ ਉਹਦੇ 'ਚ ਇੱਕ ਜਿਹੜਾ ਕੈਟ ਜਿਹੜਾ ਲੋਅਰ ਲੈਵਲ ਤੇ ਸ਼ਿਵ ਕੁਮਾਰ ਜਾਂ ਇਹਨਾਂ ਦੇ ਨਾਲ ਵੀ ਰਿਹਾ ਗੁਰਮੀਤ ਪਿੰਕੀ, ਜਿਹਨੂੰ ਪਿੰਕੀ ਕੈਟ ਕਹਿੰਦੇ ਨੇ, ਉਹਨੇ ਜਦੋਂ ਖੁਲਾਸੇ ਕਰਨੇ ਸ਼ੁਰੂ ਕੀਤੇ ਸੁਮੇਧ ਸੈਣੀ ਦੇ ਹੀ, ਫਿਰ ਕਿਵੇਂ ਦਬਾਅ ਬਣਾਇਆ ਗਿਆ, ਕਿਵੇਂ ਉਸ ਨੇ ਪੂਰਾ ਫਿਰ ਯੂਟਰਨ ਸੌਦਾ ਹੀ ਹੋਇਆ ਹੁੰਦੇ ਤੇ ਵਿਕੇ ਹੋਏ ਲੋਕ ਨੇ। ਹੁਣ ਉਹ ਫਿਰ ਖੁਲਾਸੇ ਕਰ ਰਿਹਾ ਜੀ, ਮੈਂ ਕਿਤਾਬ ਲਿਖਾਂਗਾ, ਮੈਂ ਦੱਸਾਂਗਾ ਕਿਨੇ ਕੀ ਕੀਤਾ। ਪਰ ਇਸ ਸਾਰੇ ਤੋਂ ਜਦੋਂ ਤੁਸੀਂ ਇੱਕ ਝਲਕ ਦੇਖਦੇ ਹੋ ਤੇ ਫਿਰ ਤੁਹਾਨੂੰ ਇਹ ਸਮਝਣ 'ਚ ਦਿੱਕਤ ਨਹੀਂ ਹੁੰਦੀ ਕਿ ਵੀ ਕਿਸ ਕਿਸਮ ਦਾ ਰਜੀਮ, ਕਿਸ ਕਿਸਮ ਦੀਆਂ ਉਹਨਾਂ ਦੀਆਂ ਨੀਤੀਆਂ ਉਹਨਾਂ ਨੇ ਸਿੱਖ ਜਵਾਨੀ ਦਾ ਘਾਣ ਕਰਨ ਦੇ ਲਈ ਕਿਹਨਾਂ ਲੋਕਾਂ ਨੂੰ ਪੈਟਰਨਾਈਜ਼ ਕੀਤਾ। ਔਰ ਇਹ ਈਵਨ ਸਟੋਰੀ ਕੱਲ ਦੀ ਟ੍ਰਿਬਿਊਨ ਦੇ ਵਿੱਚ ਵੀ ਸੀ ਕਿ ਹਾਊਂਡਡ ਬਾਈ ਕਾਪਸ ਫॉर ਈਅਰਸ ਹੀ ਇਜ਼ ਨਾਓ ਹੋਪਫੁਲ ਆਫ ਜਸਟਿਸ। ਔਰ ਇਹ ਮੋਹਨ ਸਿੰਘ ਪਟਵਾਰੀ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਕਈ ਸਾਲ ਮੈਂ ਇਹਨਾਂ ਦੀ ਪੁਲਸੀਆਂ ਦੇ ਜ਼ਬਰ ਦਾ ਸ਼ਿਕਾਰ ਹੋਇਆ, ਪਰ ਹੁਣ ਮੈਨੂੰ ਜਿਹੜਾ ਹੈ ਉਹ ਜਸਟਿਸ ਮਿਲਣ ਦੀ ਆਸ ਹੈ। ਔਰ ਇਹੀ ਸ਼ਿਵ ਕੁਮਾਰ ਸ਼ਰਮਾ ਜਿਹੜਾ SSP, ਜਿਸ ਦੇ ਲਈ ਹੁਣ ਲੁੱਕ ਆਊਟ ਨੋਟਿਸ ਜਾਰੀ ਹੋਇਆ, ਭੱਜਿਆ ਹੋਇਆ, ਇਹਦਾ ਮੁੰਡਾ ਜਿਹੜਾ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜਾ ਜੂਲਰੀ ਦੀ ਦੁਕਾਨ ਕਰਦਾ ਸੀ ਲੁਧਿਆਣੇ 'ਚ, ਔਰ ਬੰਬਈ ਤੋਂ ਸੱਦ ਕੇ ਇੱਕ ਜੂਲਰ ਨੂੰ ਉਹਦੇ 90 ਲੱਖ ਦੇ ਜਿਹੜੇ ਨੇ ਉਹ ਹੀਰੇ ਔਰ ਦੂਸਰੇ ਜੂਲਸ ਉਹ ਲੁੱਟਣ ਦੇ ਲਈ ਆਪ ਹੀ ਜਿਹੜਾ ਟੈਕਸੀ ਕਰਤੀ, ਔਰ ਉਹ ਤੋਂ ਜਿਹੜਾ ਲਟੇਰੇ ਭੇਜ ਕੇ ਉਹਨੂੰ 10 ਸਾਲ ਦੀ ਸਜ਼ਾ ਹੋਈ। ਔਰ ਜਿਹੜੇ ਪੁਲਿਸ ਆਫੀਸਰ ਨੇ ਇਨਵੈਸਟੀਗੇਟ ਕੀਤਾ, ਉਹਨੇ ਕਿਹਾ ਜੀ ਇੰਨਾ ਮੇਰੇ ਤੇ ਪ੍ਰੈਸ਼ਰ ਰਿਹਾ, ਔਰ ਉਹ ਬਾਅਦ ਕੇਸ ਹਰਿਆਣੇ 'ਚ ਟ੍ਰਾਂਸਫਰ ਹੋਇਆ ਔਰ ਪਿਛਲੇ ਹਫ਼ਤੇ ਹੀ ਉਹਨੂੰ 10 ਸਾਲ ਦੀ ਸਜ਼ਾ ਹੋਈ ਹੈ। ਹੁਣ ਜ਼ਾਹਰ ਹੈ ਕਿ ਵੀ ਜਿਹੜਾ ਪ੍ਰੋਟੈਕਟਿਵ ਅੰਬਰੇਲਾ ਸੀ, ਜਦੋਂ ਤੱਕ ਇਹ ਉੱਥੇ ਹੁਣ ਸੁਮੇਧ ਸੈਣੀ ਰਿਟਾਇਰ ਹੋ ਗਿਆ, ਸੋ ਇਹ ਸ਼ਿਵ ਕੁਮਾਰ ਸੁਮੇਧ ਸੈਣੀ ਦਾ ਪਾਲਤੂ ਕੁੱਤਾ ਸੀ, ਜਿਵੇਂ ਹਰ ਇੱਕ ਨੇ ਪਾਲੇ ਹੋਏ ਸੀ। ਔਰ ਇਹ ਜਾਣ ਤੋਂ ਬਾਅਦ ਜਦੋਂ ਫਿਰ ਆਖਰੀ ਐਂਡ ਤੇ ਵੈਸੇ ਵੀ ਡਿਸਗ੍ਰੇਸ ਹੋ ਗਿਆ ਸੁਮੇਧ ਸੈਣੀ, ਕਿਉਂਕਿ ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਉਸ ਤੋਂ ਬਾਅਦ ਪੁਲਿਸ DGP ਚੋਂ ਕੱਢ ਕੇ ਉਹਨੂੰ ਦੂਜੇ ਪਾਸੇ ਭੇਜ ਦਿੱਤਾ ਪਹਿਲਾਂ ਹੀ। ਤੇ ਉੱਥੇ ਹੁੰਦਾ ਹੈ ਕਿ ਜਿਹਦਾ ਫਿਰ ਸੂਰਜ ਅਸਤ ਹੋ ਰਿਹਾ ਹੁੰਦਾ ਤੇ ਉਹ ਉਹਦੇ ਵੱਲ ਫਿਰ ਕੋਈ ਮੂੰਹ ਵੀ ਨਹੀਂ ਕਰਦਾ ਹੈ, ਸਲੂਟ ਮਾਰਨਾ ਤਾਂ ਦੂਰ ਦੀ ਗੱਲ ਹੈ। ਸੋ ਇਹ ਸਾਰਾ ਜਿਹੜਾ ਪਾਰਟ ਹੈ, ਹੁਣ ਇਹ ਕੇਸ ਕੀ ਸੀ ਮੈਂ ਉਹਦਾ ਸਿੰਪਲੀ ਪਹਿਲਾਂ ਇਹ ਦੱਸ ਹੀ ਚੁੱਕਾ ਕਿ ਵੀ ਉਹਨੇ ਜਿਹੜਾ ਜਮਾਬੰਦੀ ਜਿਹੜੀ ਹੈ ਉਹ ਇਹਦੀ ਜ਼ਮੀਨ ਦੀ ਕਰਨ ਦੇ ਲਈ ਉਹਨੇ 20 ਰੁਪਏ ਮੰਗ ਰਹੇ, ਔਰ ਉਹਦੇ 'ਚੋਂ ਹੈਗਾ ਕਿ ਮੋਹਨ ਸਿੰਘ ਵਾਜ਼ ਇੰਪਲੀਕੇਟਡ ਇਨ ਅ ਫਾਲਸ ਕੇਸ, ਹਿਜ਼ ਟਰਬਨ ਵਾਜ਼ ਟੌਸਡ, ਹੀ ਵਾਜ਼ ਸੋਡੋਮਾਈਜ਼ਡ and the act filmed in custody before he was thrown in jail, all because he dared to ask then SSP Shiv Kumar Sharma to pay a fee of ₹20 for getting a Jamabandi land record in 2009. ਹੁਣ 2009 ਦੇ ਵਿੱਚ ਜਿਹੜਾ ਇਹ ਵਾਕਿਆ ਹੁੰਦਾ ਉਹਨੇ ਮੰਗਿਆ ਔਰ ਉਹਨੇ ਕੀਤਾ, ਔਰ ਉਹਨਾਂ ਦੀ ਜੇ ਤੁਸੀਂ ਵੀਡੀਓ ਦੇਖੋਗੇ ਤਾਂ ਉਹਦੇ 'ਚ ਉਹਨਾਂ ਨੇ ਡੀਟੇਲ 'ਚ ਦੱਸਿਆ ਕਿ ਉਹਨਾਂ ਨੂੰ ਕਿਵੇਂ ਘਰੋਂ ਚੁੱਕਿਆ, ਕਿਵੇਂ ਡਰੈਗ ਕੀਤਾ, ਕਿਵੇਂ ਉਹਨਾਂ ਨੂੰ ਜਾ ਕੇ ਕਹਿੰਦੇ ਮੈਂ ਅੰਮ੍ਰਿਤਧਾਰੀ ਸਿੱਖ ਹਾਂ, ਔਰ ਉਸ ਵੇਲੇ ਮੈਂ ਗੁਰੂ ਅੱਗੇ ਹੀ ਅਰਦਾਸ ਕਰ ਰਿਹਾ ਸੀ ਕਿ ਮਹਾਰਾਜ ਮੇਰੇ ਕੋਲ ਤਾਂ ਹੁਣ ਕੁਛ ਨਹੀਂ ਹੈ, ਮੇਰੀ ਸਿੱਖੀ ਹੈ ਤੁਹਾਡੀ, ਤੇ ਤੁਸੀਂ ਹੁਣ ਜਿਹੜਾ ਮੈਨੂੰ ਸਟਰੈਂਥ ਦਿਓ। ਔਰ ਜਿਹੜਾ ਕਿਵੇਂ ਪੁਲਿਸ ਐਵੀਡੈਂਸ ਕ੍ਰੀਏਟ ਕਰਦੀ ਹੈ, ਇਹ ਗੱਲ ਉਸ ਵੀਡੀਓ 'ਚ ਵੀ ਆਈ। ਔਰ ਜਿਹੜਾ ਵਰਡ ਸੋਡੋਮਾਈਜ਼ਡ ਹੈ, ਜਦੋਂ ਇਹਨਾਂ ਨੂੰ ਚੁੱਕ ਕੇ ਪੁਲਿਸ ਕਸਟਡੀ 'ਚੋਂ ਸ਼ਿਵ ਕੁਮਾਰ ਔਰ ਸੁਰਜੀਤ ਗਰੇਵਾਲ ਔਰ ਦੂਸਰਿਆਂ ਦੇ ਨਾਂ ਨੇ ਜਿਹੜੇ ਸਾਰੇ ਹੁਣ ਜਿਨ੍ਹਾਂ ਦੇ ਖਿਲਾਫ ਕੇਸ ਹੈ, ਜਸਪਾਲ ਸਿੰਘ, ਬਨਾਰਸੀ ਦਾਸ, SPS ਵਿਰਕ, ਈਸ਼ਰ ਸਿੰਘ, ਜਿਨ੍ਹਾਂ ਦੀ ਗ੍ਰਿਫਤਾਰੀ ਬਹੁਤ ਜਲਦੀ ਹੋਏਗੀ। ਉਹਨਾਂ 'ਚੋਂ ਸੁਰਜੀਤ ਗਰੇਵਾਲ ਜਿਹੜਾ ਪਹਿਲਾਂ ਹੀ ਫੜਿਆ ਹੋਇਆ ਹੈ, ਡਿਸਪ੍ਰਪੋਰਸ਼ਨੇਟ ਕੇਸ ਕੇ ਪੈਸੇ ਨਾਲੋਂ ਜ਼ਿਆਦਾ ਜਾਇਦਾਦ ਬਣਾਈ ਹੈ ਜਿੰਨੇ ਇੱਕ ਸ਼ੋਅ ਕੀਤੇ ਨੇ, ਉਹਦਾ ਹੁਣ ਇਸ ਕੇਸ ਦੇ ਵਿੱਚ ਹੀ ਪੁਲਿਸ ਰਿਮਾਂਡ ਹੋਇਆ। ਪਰ ਐਵੀਡੈਂਸ ਦੀ ਗੱਲ ਬਹੁਤ ਵਾਰੀ ਹੁੰਦਾ। ਹੁਣ ਜਦੋਂ ਇਹਨਾਂ ਨੂੰ ਮੋਹਨ ਸਿੰਘ ਪਟਵਾਰੀ ਜਿਹੜਾ ਇੱਕ ਇਮਾਨਦਾਰ ਬੰਦਾ ਜਿਹਨੇ ਸਿਰਫ ਆਪਣੀ ਡਿਊਟੀ ਕੀਤੀ ਕਿ ਭਾਈ ਫੀਸ ਦਿਓ, ਉਹਨੂੰ ਉਹਨਾਂ ਨੇ ਪੁਲਿਸ ਸਟੇਸ਼ਨ ਲਿਜਾ ਕੇ ਜਿੱਥੇ ਖਾਸ ਥਾਂ ਤੇ ਉਹਨੂੰ ਗਏ, ਉਹਦੇ ਕੱਪੜੇ ਲਾ ਦਿੱਤੇ, ਉਹਨੂੰ ਕਿਹਾ ਵੀ ਲਾ, ਉਹਦੀ ਪੱਗ ਲਾ ਦਿੱਤੀ, ਔਰ ਇੱਕ ਬੰਦਾ ਉਹਦੇ ਪਿੱਛੇ ਨੰਗਾ ਖੜਾ ਕਰ ਦਿੱਤਾ ਹੈ,
ਔਰ ਉਹਦੀ ਵੀਡੀਓ ਫਿਲਮ ਬਣਾ ਲਈ ਉਹਨੂੰ ਇਹ ਦੱਸਣ ਦੇ ਲਈ ਕਿ ਵੀ ਇਹ ਇਸ ਕਿਸਮ ਦੀ ਕਰਤੂਤ ਕਰਦਾ ਹੈ ਕਿ ਵੀ ਉਹ ਪ੍ਰਾਈਵੇਟ, ਔਰ ਉਹਨੂੰ ਕਿਹਾ ਵੀ ਆ ਹੁਣ ਤੂੰ ਦੇਖ ਲੈ ਜੇ ਤੂੰ ਜਿਹੜਾ ਉਹ ਨਾ ਮੰਨਿਆ ਤੇ ਮਤਲਬ ਇਹ ਸੀ ਵੀ ਉਹਨੂੰ ਸਬਕ, ਉਹਨੂੰ ਸੋਡਮਾਈਜੇਸ਼ਨ ਕਹਿੰਦੇ ਨੇ ਕਿ ਇਸ ਕਿਸਮ ਦਾ ਵਾਕਿਆ। ਲੇਕਿਨ ਇਹ ਬੰਦਾ ਆਪਣੇ ਈਮਾਨ ਦੇ ਉੱਤੇ ਜੁਟਿਆ ਰਿਹਾ ਔਰ ਬਾਅਦ ਜਦੋਂ, ਔਰ ਇਹ ਉਸ ਪੀਰੀਅਡ 'ਚ ਹੋਇਆ ਜਦੋਂ ਬਾਦਲ ਦੀ ਹਕੂਮਤ ਸੀ। ਇਹ ਜਿਹੜੇ 10 ਸਾਲ ਦਾ ਪੀਰੀਅਡ ਹੈ 1992-94 ਦੀ ਗੱਲ ਨਹੀਂ ਕਰਦੇ, ਪਰ ਸ਼ਿਵ ਕੁਮਾਰ ਜਿਹਨੇ 92 ਤੋਂ 94-95 ਦੇ ਵਿੱਚ ਹਜ਼ਾਰਾਂ ਮੁੰਡੇ ਮਾਰੇ, ਉਹਦਾ ਪ੍ਰਭਾਵ ਈਵਨ ਉਸ ਦੇ ਇਸ ਸਾਰੇ ਤੋਂ ਬਾਅਦ ਵੀ ਅਕਾਲੀਆਂ ਦੀ ਸਰਕਾਰ ਦੇ ਵੇਲੇ, ਔਰ ਇਹ ਗੱਲ ਉਸ ਵੀਡੀਓ 'ਚ ਸਾਹਮਣੇ ਆਈ ਕਿ ਜਦੋਂ ਉਹਨੇ ਬਾਦਲ ਨੂੰ ਸ਼ਿਕਾਇਤ ਕਿਤੇ ਉਹਦੇ ਨਾਲ ਸਾਰਾ ਵਾਕਿਆ ਹੋਇਆ ਔਰ ਇਹਨੇ ਆਪਣਾ ਉਹ ਸੰਗਤ ਦਰਬਾਰ ਦੇ ਥਾਂ ਪਟਖੰਡ ਜਿਹਾ ਕਰਦਾ ਸੀ ਤੇ ਮੋਹਨ ਸਿੰਘ ਉੱਥੇ ਪਹੁੰਚੇ, ਉਹਨਾਂ ਨੇ ਬਾਦਲ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਜੀ ਆਹ ਹੋ ਰਿਹਾ, ਤਾਂ ਉਹਨੇ ਕਹਿੰਦੇ ਕਾਕਾ ਉਹ ਤਾਂ ਰਿਟਾਇਰ, ਉਹ ਤਾਂ ਨੌਕਰੀ 'ਚ ਨਹੀਂ ਹੈ, ਰਿਟਾਇਰ ਹੋ ਚੁੱਕਾ ਹੈ ਜੀ। ਔਰ ਕਹਿੰਦੇ ਵੀ ਜਦੋਂ ਇਹ ਗੱਲ ਕਹਿੰਦੇ ਮੈਂ ਕਿਹਾ ਜੀ ਉਹ ਤਾਂ ਉੱਥੇ ਹੈ, ਉਹਦਾ ਦਫ਼ਤਰ ਇਹ ਵੋ। ਔਰ ਉਸ ਤੋਂ ਫੌਰਨ ਬਾਅਦ ਬਾਦਲ ਦੀ ਕੈਬਨਿਟ ਨੇ ਪਾਸ ਕਰਕੇ ਉਹਨੂੰ ਐਕਸਟੈਂਸ਼ਨ ਦੇ ਦਿੱਤੀ। ਜਦੋਂ ਇਹ ਸ਼ਿਵ ਕੁਮਾਰ ਇਸ ਕਿਸਮ ਦੀਆਂ ਕਰਤੂਤਾਂ ਕਰ ਰਿਹਾ ਸੀ, ਜ਼ੁਲਮ ਕਰ ਰਿਹਾ ਸੀ ਲੋਕਾਂ ਦੀਆਂ ਪ੍ਰਾਪਰਟੀਆਂ, ਕੱਲਾ ਇਹ ਨਹੀਂ, ਇਹ ਤਾਂ ਸਾਹਮਣੇ ਕੇਸ ਆਇਆ ਕਿਉਂਕਿ ਇੱਕ ਬੰਦਾ ਖਲੋਤਾ ਬਹੁਤ ਸਾਰੀਆਂ ਜਾਇਦਾਦਾਂ ਉਹਨੇ ਕੀਤੀਆਂ। ਉਦੋਂ ਉਹ ਈਵਨ ਨੌਕਰੀ 'ਚ ਵੀ ਨਹੀਂ ਸੀ, ਲੇਕਿਨ ਬਾਦਲ ਐਂਡ ਕੰਪਨੀ ਕਿਉਂਕਿ ਸੁਮੇਧ ਸੈਣੀ DGP ਲੱਗਾ ਹੋਇਆ ਸੀ, ਉਹਦਾ ਇਹ ਖਾਸ ਬੰਦਾ ਸੀ, ਉਹ ਤਨਖਾਹ ਵੀ ਡਰਾ ਕਰ ਰਿਹਾ, ਨੌਕਰੀ ਦੇ ਖਤਮ ਵੀ ਹੋ, ਔਰ ਉਹਨੂੰ ਉਹਦੀ ਫਿਰ ਉਹ ਐਕਸਟੈਂਸ਼ਨ ਵੀ ਦੇ ਦਿੱਤੀ। ਫਿਰ ਉਹਨੇ ਕਿਹਾ ਕਿ ਜੀ ਇਹ ਇਸ ਲਈ ਇਹ ਸਾਰਾ ਹੋਇਆ, ਉਹਨੇ ਕਿਹਾ ਮੈਨੂੰ ਬਿਲਕੁਲ ਇਨਸਾਫ ਨਹੀਂ ਮਿਲਿਆ। ਤਾਂ then Akali BJP government apparently chose to turn a blind eye to the injustices meted out to him, even as he continued his battle against cops known for committing excesses during the days of terrorism। ਕਿ ਇਹਨਾਂ ਨੇ ਇੰਨੇ ਧੱਕੇ ਕੀਤੇ ਹੋਏ ਸੀ ਕਿ ਕੋਈ ਇਹਨਾਂ ਨੂੰ ਹੱਥ ਹੀ ਨਹੀਂ ਸੀ ਪਾਣਾ ਚਾਹੁੰਦਾ, ਪਰ ਇਹ ਇਕੱਲਾ ਬੰਦਾ ਅੜਿਆ ਰਿਹਾ। ਫਿਰ ਉਹਨੇ ਕਿਹਾ ਕਿ ਬਈ ਸ਼ਰਮਾ enjoyed the patronage of powerful top cop ਸੁਮੇਧ ਸੈਣੀ। No wonder the other accused police officers connived with him to implicate me in a petty scam। ਜਦੋਂ ਉਹ ਪਾਰਟ ਨਹੀਂ ਚੱਲਿਆ ਤਾਂ ਉਹਨੂੰ ਇੱਕ ਝੋਨੇ ਦੇ ਸਕੈਂਡਲ ਦੇ ਵਿੱਚ ਫਸਾਤਾ, ਮੋਹਨ ਸਿੰਘ ਨੂੰ ਝੂਠਾ ਕੇਸ ਬਣਾ ਕੇ ਫਿਰ ਗ੍ਰਿਫਤਾਰ, ਫਿਰ ਟਾਰਚਰ। ਪਰ 10 ਸਾਲ ਬਾਅਦ ਉਹਨੇ ਕਿਹਾ ਕਿ ਵੀ ਪਟਵਾਰੀ ਯੂਨੀਅਨ ਨੇ ਹੜਤਾਲ ਕੀਤੀ, ਜੇ ਕਿਉਂਕਿ ਬੰਦਾ ਇਮਾਨਦਾਰ ਜਦੋਂ ਹੁੰਦਾ ਸਭ ਨੂੰ ਪਤਾ ਹੁੰਦਾ ਇਮਾਨਦਾਰ ਹੈ ਔਰ ਝੂਠੇ ਕੇਸ ਬਣਾਏ ਜਾ ਰਹੇ ਨੇ, ਔਰ ਉਹਦਾ ਨਤੀਜਾ ਸੀ ਵੀ ਬੰਦਾ ਖਲੋਤਾ ਰਿਹਾ, ਨਾਲ ਲੱਗ ਗਏ। ਔਰ ਅੱਜ ਉਹਨੇ ਕਿਹਾ ਕਿ ਫਾਈਟਿੰਗ ਸਿੰਸ 2009 ਉਹਨਾਂ ਨੇ ਕਿਹਾ ਮੋਹਨ ਸਿੰਘ ਸੇਜ਼ ਹੀ ਹੈਜ਼ ਫਾਈਨਲੀ ਗॉट ਕਲੋਜ਼ਰ, ਹੀ ਐਡਵਾਈਜ਼ਸ ਪੀਪਲ ਟੂ ਨੈਵਰ ਗਿਵ ਅਪ ਇਫ ਦੇ ਆਰ ਔਨ ਦਾ ਰਾਈਟ ਸਾਈਡ ਆਫ ਦਾ ਲਾਅ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਠੀਕ ਹੋ ਕਦੇ ਗਿਵ ਅਪ ਨਾ ਕਰੋ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਹੁਣ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਂ ਇਨਸਾਫ ਦੇ ਲੈਣ ਦੇ ਨੇੜੇ ਪਹੁੰਚ ਗਿਆ, ਮੇਰੀ ਪੋਜੀਸ਼ਨ ਜਿਹੜੀ ਹੈ ਉਹ ਬਹਾਲ ਹੋਈ ਹੈ, ਇੱਜ਼ਤ ਜਿਹੜੀ ਹੈ, ਔਰ ਇਹ ਬਿਹਾਈਂਡ ਬਾਰ ਜਾਣਗੇ। ਔਰ ਇਹੀ ਐਡਵਾਈਸ ਕਿ ਵੀ ਨੈਵਰ ਗਿਵ ਅਪ ਇਫ ਯੂ ਆਰ ਔਨ ਦਾ ਰਾਈਟ ਪਾਥ, ਜੇ ਤੁਸੀਂ ਠੀਕ ਹੋ। ਔਰ ਮੈਂ ਸਮਝਦਾ ਵੀ ਇਹ ਸਾਡੀ ਸਰ ਮੋਹਨ ਸਿੰਘ ਉਹ ਸਿਰਫ ਇੱਕ ਪਟਵਾਰੀ ਸ਼ਬਦ ਕਈ ਵਾਰ ਲੱਗਦਾ ਹੈ ਕਿ ਜੀ ਮੈਂ ਸਮਝਦਾ ਵੀ ਇਹ ਇੱਕ ਸੌਖੀ ਗੱਲ ਨਹੀਂ ਹੈ ਕਿ ਇੱਕ ਕੱਲਾ ਬੰਦਾ ਜਿੱਥੇ ਇਸ ਕਿਸਮ ਦਾ ਜ਼ਾਬਰ ਸਾਰਾ ਨੈਟਵਰਕ ਹੋਏ, ਵੇਲੇ ਦੀ ਹਕੂਮਤ ਬਾਦਲ ਐਂਡ ਕੰਪਨੀ ਉਹ ਸੁਮੇਧ ਸੈਣੀ ਦੀ ਜੇਬ 'ਚ ਹੋਣ, ਸੁਮੇਧ ਸੈਣੀ ਏਜੰਸੀਆਂ ਦੀ ਜੇਬ 'ਚ ਹੋਏ, ਔਰ ਉਹ ਸਾਰੇ ਹੀ ਹੋਣ ਕਿ ਵੀ ਇਸ ਦੀ ਆਵਾਜ਼ ਨੂੰ ਚੁੱਪ ਕਰਾਣਾ। ਪਰ ਇਹ ਅੰਮ੍ਰਿਤਧਾਰੀ ਸਿੰਘ ਨੇ ਆਪਣੇ ਫੇਥ ਤੋਂ ਸਟਰੈਂਥ ਲਈ, ਆਪਣੀ ਸਿੱਖੀ ਤੋਂ ਲਈ, ਔਰ ਜਿਵੇਂ ਉਹਨੇ ਵੀਡੀਓ 'ਚ ਕਿਹਾ ਕਿ ਮੈਂ ਤਾਂ ਗੁਰੂ ਕਲਗੀਧਰ ਅੱਗੇ ਇਹ ਅਰਦਾਸ ਕੀਤੀ ਸੀ ਕਿ ਮਹਾਰਾਜ ਮੇਰਾ ਹੁਣ ਕੋਈ ਨਹੀਂ, ਤੁਸੀਂ ਇੱਜ਼ਤ ਪੱਤ ਰੱਖਣੀ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਪੱਤ ਛੇਤੀ ਘਰ ਆਓ, ਇਹ ਬੇਸ਼ੱਕ ਰੱਬ ਦੀ ਦਰਗਾਹ ਦੀ ਗੱਲ ਹੈ, ਪਰ ਜਦੋਂ ਇੱਥੇ ਵੀ ਸੱਚ ਹੱਕ ਦੇ ਨਾਲ ਅਸੀਂ ਖਲੋ ਜਾਂਦੇ ਹਾਂ, ਸੱਚ ਹੱਕ ਦੇ ਲਈ ਖਲੋਂਦੇ, ਤੇ ਫਿਰ ਇਹ ਗੁਰੂ ਦਾ ਬਿਰਧ ਹੁੰਦਾ ਜਿਸ ਨੂੰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਹੰਕਾਰੀ ਜਿਹੜੇ ਨੇ ਉਹ ਗਰਭ ਦੇ ਨਾਲ ਉਹ ਆਪਣੇ ਪ੍ਰਾਈਡ ਦੇ ਵਿੱਚ ਹੀ ਸੜਦੇ ਨੇ, ਔਰ ਨਾਮ ਦਿਓ ਮੁਖ ਲਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇਹ ਵੀ ਉਸ ਸਚਾਈ ਦੀ ਜਿੱਤ ਦੀ ਗੱਲ ਹੈ ਕਿ ਅਲਟੀਮੇਟਲੀ ਰੱਬ ਹੰਕਾਰੀਆਂ ਔਰ ਨਿੰਦਕਾਂ ਵੱਲ ਪਿੱਠ ਕਰਦਾ ਹੈ, ਔਰ ਜਿਹੜੇ ਸੱਚ ਦੇ ਉੱਤੇ ਤੁਰਨ ਵਾਲੇ ਨੇ
ਉਹਨਾਂ ਨੂੰ ਆਪਣੇ गले लांदा जी डॉक्टर साहब इत्थे लैने ब्रेक तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੇ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ